ਵੈਲਕਮ ਟੂ ਐਕਸਲੇਟਰ ਕਲਾਸਿਸ। ਜਿਵੇਂ ਕਿ ਅਸੀਂ ਇਸ ਕਲਾਸ ਦੇ ਵਿੱਚ ਡਿਸਕਸ ਕਰ ਰਹੇ ਹਾਂ ਟੌਪਿਕ ਥਰਮੋਡਾਇਨਮਿਕਸ, ਅਤੇ ਥਰਮੋਡਾਇਨਮਿਕਸ ਦੇ ਵਿੱਚ ਅਸੀਂ ਬੇਸਿਕ ਟਰਮਸ ਅਤੇ ਜ਼ੀਰੋਥ ਲਾ, ਫਸਟ ਲਾ ਕਰ ਚੁੱਕੇ ਹਾਂ, ਅਤੇ ਇਹਦੇ ਨਾਲ ਹੀ ਅਸੀਂ ਦੇਖਿਆ ਵਰਕ ਡਨ ਇਨ ਆਈਸੋਥਰਮਲ ਪ੍ਰੋਸੈਸ ਅਤੇ ਐਡੀਆਬੈਟਿਕ ਪ੍ਰੋਸੈਸ। ਅੱਜ ਅਸੀਂ ਇਹਨਾਂ ਜਿਹੜੀਆਂ ਵਰਕ ਡਨ ਦੀਆਂ ਜਿਹੜੀਆਂ ਅਸੀਂ ਐਪਲੀਕੇਸ਼ਨਸ ਕੀਤੀਆਂ ਵਾ ਇਹਨਾਂ ਦੇ ਨੂਮੈਰੀਕਲ ਦੇਖਦੇ ਹਾਂ। ਅਤੇ ਸਾਡੇ ਕੋਲੋਂ ਇੱਥੇ ਪਹਿਲਾ ਨੂਮੈਰੀਕਲ ਆ ਫਾਈਂਡ ਦਾ ਪ੍ਰੈਸ਼ਰ required to compress a gas adiabatically at atmospheric pressure। at atmospheric pressure ਨੂੰ ਮੈਂ PA ਲਿਖ ਦਿੰਦਾ। at atmospheric pressure to 1/5 of its volume। ਤੇ ਸਾਨੂੰ ਗਿਵਨ ਦਿੱਤੀ ਆ ਗਾਮਾ ਦੀ ਵੈਲਿਊ 1.4। ਹੁਣ ਦੇਖੋ ਸਾਡੇ ਕੋਲੋਂ ਸਟੇਟਮੈਂਟ ਕੀ ਆ, ਫਾਈਂਡ ਦਾ ਪ੍ਰੈਸ਼ਰ ਰਿਕਵਾਇਰਡ ਟੂ ਕੰਪਰੈਸ ਏ ਗੈਸ ਐਡੀਆਬੈਟਿਕਲੀ। ਮਤਲਬ ਇੱਕ ਗੈਸ ਨੂੰ ਅਸੀਂ ਐਡੀਆਬੈਟਿਕਲੀ ਕੰਪਰੈਸ ਕਰਨਾ ਵਾ ਅਤੇ ਪ੍ਰੈਸ਼ਰ ਫਾਈਂਡ ਆਊਟ ਕਰਨਾ ਵਾ, ਅਤੇ ਉਹ ਗੈਸ ਨੋਰਮਲੀ ਕਿਹਦੇ ਦੇ ਉੱਤੇ ਆ, ਐਟਮੋਸਫੈਰਿਕ ਪ੍ਰੈਸ਼ਰ ਦੇ ਉੱਪਰ ਆ, ਅਤੇ ਕੰਪਰੈਸ ਵੀ ਉਹਨੂੰ ਇਸ ਤਰੀਕੇ ਨਾਲ ਕਰਨਾ ਵਾ ਕਿ ਸੋ ਦੈਟ 1/5 ਆਫ ਇਟਸ ਵੋਲੀਅਮ। ਮਤਲਬ ਜੇਕਰ ਪਹਿਲਾ ਵੋਲੀਅਮ ਉਹਦਾ ਇੱਥੇ ਆਪਾਂ ਇਹਦੀ ਇੱਕ ਡਾਇਗਰਾਮ ਬਣਾਉਂਦੇ ਹਾਂ। ਮੰਨ ਲਓ ਐਕਸ ਵੋਲੀਅਮ ਆ, ਅਤੇ ਐਕਸ ਵੋਲੀਅਮ ਗੈਸ ਜਿਹੜੀ ਆ ਉਹ ਕਿਹੜੇ ਪ੍ਰੈਸ਼ਰ ਦੇ ਉੱਪਰ ਆ, ਐਟਮੋਸਫੈਰਿਕ ਪ੍ਰੈਸ਼ਰ ਦੇ ਉੱਪਰ ਆ, PA। ਅਤੇ ਕਿਹਾ ਗਿਆ ਵਾ ਕਿ ਇਸ ਗੈਸ ਨੂੰ ਕੰਪਰੈਸ ਕਰਨਾ ਵਾ, ਉੱਪਰੋਂ ਅਸੀਂ ਫੋਰਸ ਲਗਾਵਾਂਗੇ ਕੰਪਰੈਸ ਕਰਕੇ, ਅਤੇ ਇਹਦਾ ਜਿਹੜਾ ਨਵਾਂ ਵੋਲੀਅਮ ਆ ਉਹ ਕਿੰਨਾ ਰਹਿ ਜਾਏਗਾ, ਜਿਹੜਾ ਨਿਊ ਵੋਲੀਅਮ ਜਾਂ ਫਾਈਨਲ ਵੋਲੀਅਮ ਆ ਉਹ ਕਿੰਨਾ, ਜੇ ਪਹਿਲਾਂ x ਸੀ ਅਤੇ ਹੁਣ x/5। ਅਤੇ ਪੁੱਛਿਆ ਗਿਆ ਹੈ ਫਾਈਂਡ ਦਾ ਪ੍ਰੈਸ਼ਰ। ਫਾਈਨਲ ਪ੍ਰੈਸ਼ਰ ਸਾਨੂੰ ਪਤਾ ਕਰਨ ਲਈ ਕਿਹਾ ਗਿਆ ਹੈ ਪ੍ਰੈਸ਼ਰ। ਇਹ ਦੋਨੋਂ ਕੀ ਆ, ਇਨੀਸ਼ੀਅਲ ਸਟੇਜ। ਸੋ ਇਹਦੇ ਵਿੱਚ ਧਿਆਨ ਰੱਖਣਾ ਪਏਗਾ ਕਿ ਐਡੀਆਬੈਟਿਕਲੀ ਆ ਕਿ ਆਈਸੋਥਰਮਲ ਪ੍ਰੋਸੈਸ ਆ। ਜਿਵੇਂ ਇਹਦੇ ਵਿੱਚ ਉਹਨੇ ਕਿਹਾ ਕਿ ਐਡੀਆਬੈਟਿਕਲੀ ਆ, ਅਤੇ ਆਪਾਂ ਕੱਲ੍ਹ ਵੀ ਕਿਹਾ ਕਿ ਐਡੀਆਬੈਟਿਕਲੀ ਜਿਹੜੇ ਪ੍ਰੋਸੈਸ ਹੁੰਦੇ ਆ ਥੋੜ੍ਹੇ ਜਿਹੇ ਉਹ ਕੀ ਆ, ਕਵਿਕਲੀ ਪ੍ਰੋਸੈਸ ਹੁੰਦੇ ਆ। ਸੋ ਲਿਖ ਲੈਂਦੇ ਆ ਕਿ ਸਟਾਰਟਿੰਗ ਦੇ ਵਿੱਚ ਪ੍ਰੈਸ਼ਰ ਕਿੰਨਾ ਵਾ, 1 ਐਟਮੋਸਫੀਅਰ, ਅਤੇ ਸਾਡੇ ਕੋਲੋਂ ਵੋਲੀਅਮ ਕਿੰਨਾ ਸਟਾਰਟਿੰਗ ਦੇ ਵਿੱਚ XCC। ਮੰਨ ਲਓ ਆਪਾਂ ਵੋਲੀਅਮ ਮੰਨ ਲਿਆ XCC ਸੈਂਟੀਮੀਟਰ ਕਿਊਬ, ਕਿਉਂਕਿ ਵੋਲੀਅਮ ਆ ਸੈਂਟੀਮੀਟਰ ਕਿਊਬ 'ਚ ਆਏਗਾ, CC ਦਾ ਮਤਲਬ ਫਾਈਨਲ ਵੋਲੀਅਮ ਉਹਨੇ ਦਿੱਤਾ ਵਾ, ਕਹਿੰਦਾ 5ਵਾਂ ਹਿੱਸਾ ਜਿਹੜਾ ਵਾ ਉਹ ਰਹਿ ਗਿਆ। ਅਤੇ ਪ੍ਰੈਸ਼ਰ ਪਤਾ ਕਰਨਾ P2। ਹੁਣ ਸਾਨੂੰ ਪਤਾ ਐਡੀਆਬੈਟਿਕਲੀ ਗੈਸ ਇਕੁਏਸ਼ਨ ਕੀ ਆ, ਵੀ ਨੋ ਐਡੀਆਬੈਟਿਕ ਗੈਸ ਇਕੁਏਸ਼ਨ, ਵੀ ਨੋ in adiabatic process। adiabatic process 'ਚ ਆਪਾਂ ਇਕੁਏਸ਼ਨ ਪੜ੍ਹੀ ਸੀ, P1 V1 ਗਾਮਾ ਇਜ਼ ਇਕੁਅਲ ਟੂ P2 V2 ਗਾਮਾ। ਸਾਡੇ ਕੋਲੋਂ ਐਡੀਆਬੈਟਿਕਲੀ ਇਕੁਏਸ਼ਨ ਆਈ ਸੀ, ਅਸੀਂ ਪਤਾ ਕੀ ਕਰਨਾ ਵਾ, P2 ਪਤਾ ਕਰਨਾ। P2 ਕੀ ਬਣੇਗਾ, P1 V1 V2 ਅਤੇ ਇਹਦੀ ਹੋਲ ਪਾਵਰ ਕੀ ਬਣ ਜਾਏਗੀ, ਗਾਮਾ ਬਣ ਜਾਏਗੀ। ਹੁਣ ਦੇਖੋ ਰਿਕਵਾਇਰਡ ਵੈਲਿਊਜ਼ ਜਿਹੜੀਆਂ ਵਾ ਸਾਨੂੰ ਗਿਵਨ ਜਿਹੜੀਆਂ ਵੈਲਿਊਜ਼ ਆ ਉਹ ਅਸੀਂ ਇਹਦੇ ਵਿੱਚ ਫਿਲ ਅਪ ਕਰਾਂਗੇ, ਅਤੇ ਸਾਡੇ ਕੋਲੋਂ ਕੀ ਆਏਗਾ, P1 ਦੀ ਵੈਲਿਊ 1 ਐਟਮੋਸਫੀਅਰ। ਠੀਕ ਆ, ਅਸੀਂ 1 ਐਟਮੋਸਫੀਅਰ ਵੈਲਿਊ ਭਰਾਂਗੇ ਇਹਦੀ। ਸਾਡੇ ਕੋਲੋਂ ਵੋਲੀਅਮ, ਪਹਿਲਾ ਵੋਲੀਅਮ ਕਿੰਨਾ ਸੀ x, ਬਾਅਦ ਵਿੱਚ x/5 ਅਤੇ 1.4। x ਨਾਲ x ਕੱਟਿਆ ਜਾਏਗਾ, ਤੁਸੀਂ ਦੇਖੋਗੇ ਇਹ ਕੀ ਆ ਜਾਏਗਾ, 5 ਉੱਪਰ ਚਲੇ ਜਾਏਗਾ, ਉਹਦੀ ਪਾਵਰ 1.4 P2। ਹੁਣ ਦੇਖੋ ਸਾਡੇ ਕੋਲੋਂ ਇੱਦਾਂ ਦਾ ਜਿਹੜਾ ਸਮੀਕਰਨ ਆ ਗਈ ਆ, 5 ਦੀ ਪਾਵਰ 1.4 ਜੇ 5 ਦੀ ਪਾਵਰ 1 ਹੁੰਦੀ ਜਾਂ 2 ਹੁੰਦੀ ਤੇ ਸਿੰਪਲ ਸੀ,
पर जदों इस तरीके नाल कोई पावर जिहड़ी आ वो डेसीमल दे विच चले जाती आ ते असीं इस नूं सॉल्व करते हैं लॉग के जरिए। हुण देखो मैं कहना कि दोनों साइड ते लॉग लो, जदों असीं दोनों साइड ते लॉग लैंदे आ लॉग P2 ते इधर भी लॉग लवांगे लॉग 5 दी पावर 1.4। जिहड़ी पावर हुंदी है ना, इत्थे पावर हुंदी है लॉग दे केस दे विच, देखो इत्थे रूल लग रहा है, मान लो लॉग आपां क्या होवे कि x दी पावर 2, इनू आपां लिख सकते हैं 2 log x, पावर अगे लिख लईदी आ ते log x उस तरीके नाल। हुण देखो इत्थे भी उस तरीके नाल करांगे log P2, log की आ एक सिंपलीफाई करन दा जरिया वा। सो 1.4 log 5। ਹੁਣ देखो log 5 ਦੀ ਅਸੀਂ ਟੇਬਲ ਚੋਂ ਵੈਲਿਊ ਦੇਖਾਂਗੇ ਤੇ log 5 ਦੀ ਟੇਬਲ ਦੇ ਵਿੱਚੋਂ ਵੈਲਿਊ ਦੇਖ ਕੇ ਉਹਨੂੰ 1.4 ਦੇ ਨਾਲ ਮਲਟੀਪਲਾਈ ਕਰ ਦਾਂਗੇ ਤੇ ਸਾਡੇ ਕੋਲੋਂ ਆਨਸਰ ਆਏਗਾ 0.97860। ਇਹ ਕਿਹਦੀ ਵੈਲਿਊ ਆਈ ਆ log P2 ਦੀ, पर सानू वैल्यू किहदी चाहिदी आ, सानू वैल्यू चाहिदी आ कल्ले P2 दी। जदों साडे कोलों इदां दी इक्वेशन बन जाती आ जिहड़ी सिंपलीफाई नहीं हो रही आसानी दे नाल, जिवें इस इक्वेशन वाल वेखो, असी उहदे विच की करदे आ लॉग दी हैल्प लै लैंदे आ, असी लॉग वाला ऑपरेशन लगा लिया ते सिंपलीफाई करके इत्थे पहुँच गए। हुण देखो सानू वैल्यू चाहिदी आ कल्ले P2 दी, लॉग P2 दी वैल्यू नहीं चाहिदी। तो जदों असी P2 की वैल्यू करनी आ तो असी की कहना वा, असी कहना वा एंटी लॉग लै लो बोथ साइड, टेकिंग या टेक एंटी लॉग बोथ साइड। जिहड़ा एंटी लॉग आ वो की आ मैथेमैटिकल ऑपोजिट आ किहदा लॉग दा। जदों असी एंटी लॉग लवांगे तो इधर आ जाएगा P2 ते इस जिहड़ी साडे कोलों इधर रकम आई आ, जदों असी इहदा एंटी लॉग लवांगे इस 0.97860 का तो साढ़े कोलों आएगा सिंपलीफाई करके आएगा 9.515 एटमॉस्फेयर प्रैशर। सो फाइनल प्रैशर जिहड़ा वा वो साढ़े कोलों की आया 9.5 एटमॉस्फेयर। हुण देखो इन्हां न्यूमेरिकल्स दे विच तुहानूं ध्यान देण दी जरूरत आ कि प्रोसैस किहड़ा वा एडियाबैटिक आ कि आइसोथर्मल आ। फिर बाद विच चलो सिंपलीफाई करन लग्गियां एडियाबैटिक इक्वेशन लगाती, जिहड़ा असीं इत्थे इहनूं सिंपलीफाई करन वास्ते ਇਹ वाला जिहड़ा प्रोसैस अपनाया वा एक बिल्कुल मैथेमैटिकल स्टैप आ। असीं मैथेमैटिकल कैलकुलेशनस नूं रिड्यूस करन वास्ते ही लॉग दी हैल्प लई आ ते असीं लॉग दी हैल्प लैके बाद विच एंटी लॉग लै लिया। मतलब एक वारी असीं की कीता लॉग लै लिया, दूजी वारी एंटी लॉग लै लिया तो जो लॉग तो एंटी लॉग सेम लै लिए इक्को जगह पर लै लिए तो इसका मतलब आ कि वो ऑपरेशन की आ न्यूट्रलाइज हो जाता, एंटी लॉग नूं खत्म कर दिंदा ते साडे कोलों ये वाली वैल्यू आई। अगर किसी स्टूडेंट कोलों इत्थों डायरैक्टली सॉल्व करन दा कोई अपना जरिया वा, कोई अपना मैथेमैटिक्स आ, कोई अपना लॉजिक आ तो वो इत्थों सीधा P2 की वैल्यू भी कढ़ सकदा वा, उन्होंने लॉग लैण की जरूरत नहीं। सो ये की आ ये साडी एडियाबैटिक की पहली एप्लीकेशन आ। इस तो बाद विच असीं नैक्सट न्यूमेरिकल देखते हैं तो इस न्यूमेरिकल दे विच आपां की करते हैं एडियाबैटिक ते आइसोथर्मल दोनों प्रोसैस जिहड़े आ वो इक्को गैस के उपर देखते हैं। जिवें कि साडे कोलों स्टेटमेंट आ बहुत ही एक मतलब इस न्यूमेरिकल की अपनी खूबसूरती आ क्योंकि इहदे विच एडियाबैटिक आइसोथर्मल गैस इक्वेशन सारे कॉन्सैप्ट जिहड़े आ वो यूज़ हो जाते हैं। सो साडे कोलों स्टेटमेंट की आ ए लीटर ऑफ हाइड्रोजन गैस एट 127 डिग्री सेल्सियस एंड 10 रेज़ पावर 6 डाइन पर सेंटीमीटर स्क्वेयर। हुण देखो जो सानू उन्हें कहा वा कि डाइन पर सेंटीमीटर स्क्वेयर, डाइन पर सेंटीमीटर स्क्वेयर किहदा यूनिट आ प्रैशर का यूनिट आ। सो प्रैशर एक्सपैंड आइसोथर्मली, एक गैस जिहड़ी है ना वो पहला की आ आइसोथर्मली एक्सपैंड करती आ उन्ना चिर तक करती आ जदों तक इहदा वॉल्यूम डबल नहीं हो जाता, अंटिल इट्स वॉल्यूम इज़ डबल। हुण देखो इत्थे न्यूमेरिकल का एक पार्ट हो गया कि ये प्रोसैस किहड़ा वा, प्रोसैस हैगा वा आइसोथर्मल।
ਤੇ ਟੈਂਪਰੇਚਰ ਕਿੰਨਾ ਦਿੱਤਾ ਵਾ 127 ਡਿਗਰੀ ਸੈਲਸੀਅਸ, ਪ੍ਰੈਸ਼ਰ ਕਿੰਨਾ ਦਿੱਤਾ ਵਾ 10 ਦੀ ਪਾਵਰ 6। ਆਈਸੋਥਰਮਲੀ ਇਹਨੇ ਕੀ ਕਰਨਾ ਵਾ, ਐਕਸਪੈਂਡ ਕਰਨਾ ਵਾ ਗੈਸ ਨੇ, ਤੇ ਇਹਦਾ ਵੋਲੀਅਮ ਜਿਹੜਾ ਵਾ ਉਹ ਡਬਲ ਹੋ ਜਾਣਾ ਵਾ। ਉਹ ਕਹਿੰਦਾ ਵਾ ਜਦੋਂ ਵੋਲੀਅਮ ਡਬਲ ਹੋ ਗਿਆ ਨਾ, then adiabatically until its volume of gas redoubled, volume of gas is redoubled, find pressure of gas। ਹੁਣ ਦੇਖੋ ਮੈਂ ਨਿਊਮੈਰੀਕਲ ਦੀ ਸਟੇਟਮੈਂਟ ਨੂੰ ਇੱਕ ਵਾਰੀ ਫਿਰ ਸਮਝਾਉਣ ਦੀ ਕੋਸ਼ਿਸ਼ ਕਰਦਾ। ਸਾਨੂੰ ਕਿਹਾ ਗਿਆ ਵਾ ਕਿ ਇੱਕ ਗੈਸ ਆ, ਹਾਈਡਰੋਜਨ ਗੈਸ ਆ, ਇਹਦੇ ਵਿੱਚ ਮੰਨ ਲਓ ਇਹਦਾ ਵੋਲੀਅਮ ਇਹ ਆ V1। ਪਹਿਲਾਂ ਕੀ ਆ, ਪਹਿਲਾਂ ਆਈਸੋਥਰਮਲੀ ਇਹ ਜਿਹੜੀ ਗੈਸ ਆ ਉਹ ਐਕਸਪੈਂਡ ਕਰਦੀ ਆ, ਐਕਸਪੈਂਡ ਕਰਕੇ ਤੇ ਆਪਣਾ ਵੋਲੀਅਮ ਕੀ ਕਰਦੀ ਆ, ਡਬਲ ਕਰ ਲੈਂਦੀ ਆ, ਇੱਥੋਂ ਤੱਕ ਪਹੁੰਚ ਜਾਂਦੀ ਆ। ਵੋਲੀਅਮ ਡਬਲ ਹੋ ਗਿਆ, ਪਹਿਲਾਂ ਨਾਲੋਂ 2 ਗੁਣਾ ਹੋ ਗਿਆ। ਹੁਣ ਇੱਥੇ ਪ੍ਰੋਸੈਸ ਖਤਮ ਹੋ ਗਿਆ। ਅਸੀਂ ਜਦੋਂ ਵੋਲੀਅਮ ਡਬਲ ਹੋਇਆ ਤੇ ਪ੍ਰੈਸ਼ਰ ਪਤਾ ਕਰ ਲੈਣਾ। ਹੁਣ ਅੱਗੇ ਕੀ ਆ, ਕਹਿੰਦਾ ਜਦੋਂ ਵੋਲੀਅਮ ਡਬਲ ਹੋ ਗਿਆ ਨਾ, ਕਹਿੰਦਾ ਅੱਗੇ ਕੀ ਕਰਦੀ ਆ, ਗੈਸ ਅਜੇ ਵੀ ਐਕਸਪੈਂਡ ਕਰਦੀ ਆ, ਪਰ ਪ੍ਰੋਸੈਸ ਕਿਹੜਾ ਹੋ ਗਿਆ, ਪ੍ਰੋਸੈਸ ਹੋ ਗਿਆ ਐਡੀਆਬੈਟਿਕਲੀ। ਐਡੀਆਬੈਟਿਕਲੀ ਪ੍ਰੋਸੈਸ ਕਦੋਂ ਤੱਕ ਹੋਇਆ, ਜਦੋਂ ਤੱਕ ਇਹਦਾ ਵੋਲੀਅਮ ਰੀਡਬਲ ਨਹੀਂ ਹੋ ਗਿਆ। ਜੇ ਮੰਨ ਲਓ ਪਹਿਲਾਂ ਗੈਸ 1 ਲੀਟਰ ਆ, 1 ਤੋਂ 2 ਲੀਟਰ ਹੋਈ, 2 ਲੀਟਰ ਹੋਈ ਮਤਲਬ ਵੋਲੀਅਮ ਜਿਹੜਾ ਵਾ ਡਬਲ ਹੋ ਗਿਆ। ਪ੍ਰੋਸੈਸ ਕਿਹੜਾ ਵਾ, ਆਈਸੋਥਰਮਲ। ਹੁਣ ਜਦੋਂ ਵੋਲੀਅਮ 2 ਹੋ ਗਿਆ ਨਾ, 2 ਤੋਂ ਕਹਿੰਦਾ ਉਹ ਅਗੇਨ ਡਬਲ ਹੋ ਗਿਆ, 4 ਹੋ ਗਿਆ, ਪਰ 2 ਤੋਂ 4 ਹੋਣ ਦਾ ਪ੍ਰੋਸੈਸ ਜਿਹੜਾ ਵਾ ਉਹ ਕੀ ਆ, ਉਹ ਐਡੀਆਬੈਟਿਕਲੀ ਆ। ਸੋ ਸਾਡੇ ਕੋਲੋਂ ਕੀ ਆ, ਅਸੀਂ ਜੋ ਗਿਵਨ ਪੈਰਾਮੀਟਰਸ ਆ ਉਹ ਲਿਖ ਲੈਂਦੇ ਆ। ਪਹਿਲਾਂ ਕੀ ਆ, ਆਈਸੋਥਰਮਲ ਐਕਸਪੈਂਸ਼ਨ ਆ, ਆਈਸੋਥਰਮਲ ਐਕਸਪੈਂਸ਼ਨ। ਆਈਸੋਥਰਮਲ ਐਕਸਪੈਂਸ਼ਨ ਦੇ ਵਿੱਚ ਸਾਨੂੰ ਵੋਲੀਅਮ ਅਸੀਂ ਕਹਿੰਦੇ ਆ ਕਿ ਮੰਨ ਲਓ ਵੋਲੀਅਮ V1 is 1 ਲੀਟਰ, A ਲੀਟਰ ਆਫ ਹਾਈਡਰੋਜਨ ਗੈਸ, ਮਤਲਬ A ਲੀਟਰ ਮਤਲਬ 1 ਲੀਟਰ, 1 ਲੀਟਰ ਮਤਲਬ 100 ਸੈਂਟੀਮੀਟਰ ਕਿਊਬ। ਤੇ ਫਾਈਨਲ ਵੋਲੀਅਮ ਕਿੰਨਾ ਵਾ, ਫਾਈਨਲ ਵੋਲੀਅਮ ਡਬਲ ਹੋ ਜਾਣਾ। ਉਹਨੇ ਕਿਹਾ ਹੀ ਆ ਕਿ ਫਾਈਨਲ ਵੋਲੀਅਮ ਜਿਹੜਾ ਵਾ ਉਹ ਡਬਲ ਹੋ ਜਾਣਾ। ਸੋ ਟੈਂਪਰੇਚਰ ਗਿਵਨ ਆ, ਇੱਕ ਟੈਂਪਰੇਚਰ ਹੈਗਾ ਇਹ 127 ਡਿਗਰੀ ਸੈਲਸੀਅਸ, ਤੇ 127 ਡਿਗਰੀ ਸੈਲਸੀਅਸ ਨੂੰ ਕੈਲਵਿਨ ਦੇ ਵਿੱਚ ਬਦਲਾਂਗੇ ਤੇ ਸਾਡੇ ਕੋਲੋਂ ਕੀ ਹੋਣਾ ਵਾ, 400 ਕੈਲਵਿਨ ਆ ਜਾਣਾ। ਸੋ ਸਾਡੇ ਕੋਲੋਂ ਇਹ ਗਿਵਨ ਪੈਰਾਮੀਟਰ ਆ। ਹੁਣ ਅਸੀਂ ਕੀ ਕਰਨਾ ਵਾ, ਫਾਈਨਲ ਜਿਹੜਾ ਵਾ ਉਹ ਪ੍ਰੈਸ਼ਰ ਕੈਲਕੂਲੇਟ ਕਰਨਾ ਵਾ ਕਿ ਫਾਈਨਲ ਪ੍ਰੈਸ਼ਰ ਕਿੰਨਾ ਵਾ। ਪਹਿਲਾ ਪ੍ਰੈਸ਼ਰ ਕਿੰਨਾ ਵਾ ਉਹਦਾ, P1 ਇਜ਼ ਇਕੁਅਲ ਟੂ ਸਾਡੇ ਕੋਲੋਂ ਗਿਵਨ ਆ 10 ਦੀ ਪਾਵਰ 6 ਡਾਈਨ ਪਰ ਸੈਂਟੀਮੀਟਰ ਸਕੁਅਰ। ਸੋ ਆਈਸੋਥਰਮਲ ਦੇ ਵਿੱਚ ਗੈਸ ਇਕੁਏਸ਼ਨ ਕੀ ਆ, ਵੀ ਨੋ ਆਈਸੋਥਰਮਲ ਗੈਸ ਇਕੁਏਸ਼ਨ P1 V1 ਇਜ਼ ਇਕੁਅਲ ਟੂ P2 V2। ਹੁਣ ਸਾਡੇ ਕੋਲੋਂ V1 ਵੀ ਹੈਗਾ, V2 ਵੀ ਹੈਗਾ, P1 ਵੀ ਹੈਗਾ, ਠੀਕ ਆ। P2 ਕੱਢਾਂਗੇ ਤੇ ਜਦੋਂ ਇੱਥੋਂ ਅਸੀਂ ਸਿੰਪਲੀਫਾਈ ਕਰਾਂਗੇ P2 ਨੂੰ, ਉੱਪਰ ਵਾਲੀਆਂ ਸਾਰੀਆਂ ਵੈਲਿਊ ਫਿਲਅਪ ਕਰਕੇ, ਤੇ ਸਾਡੇ ਕੋਲੋਂ P2 ਦੀ ਵੈਲਿਊ ਆਏਗੀ 5 ਗੁਣਾ 10 ਦੀ ਪਾਵਰ 5 ਡਾਈਨ ਪਰ ਸੈਂਟੀਮੀਟਰ ਸਕੁਅਰ। ਇਹ ਸਾਡੀ ਕੀ ਆਈ, ਪ੍ਰੈਸ਼ਰ ਦੀ ਵੈਲਿਊ ਆਈ। ਸਾਡਾ ਸੈਕੰਡ ਪ੍ਰੋਸੈਸ ਸਟਾਰਟ ਹੁੰਦਾ ਵਾ, ਐਡੀਆਬੈਟਿਕ ਪ੍ਰੋਸੈਸ। ਸੋ ਫॉर ਐਡੀਆਬੈਟਿਕ ਪ੍ਰੋਸੈਸ, ਐਡੀਆਬੈਟਿਕ ਪ੍ਰੋਸੈਸ ਦੇ ਵਿੱਚ ਸਾਨੂੰ ਕੀ ਗਿਵਨ ਆ, ਦੇਖੋ ਵੋਲੀਅਮ ਕਿੰਨਾ ਵਾ, ਸਟਾਰਟਿੰਗ ਇਨੀਸ਼ੀਅਲ ਵੋਲੀਅਮ ਡਬਲ ਹੋ ਚੁੱਕਾ ਵਾ, ਡਬਲ ਹੋ ਚੁੱਕਾ। ਸਾਨੂੰ ਪਤਾ ਵਾ ਕਿ ਵੋਲੀਅਮ ਕਿੰਨਾ ਵਾ 200 ਸੈਂਟੀਮੀਟਰ ਕਿਊਬ। ਤੇ ਪ੍ਰੈਸ਼ਰ ਜਦੋਂ ਇਸ ਗੈਸ ਦਾ ਆਈਸੋਥਰਮਲੀ ਜਿਹੜਾ ਵਾ ਉਹ ਵੋਲੀਅਮ ਡਬਲ ਹੋਇਆ ਵਾ, ਤੇ ਪ੍ਰੈਸ਼ਰ ਜਿਹੜਾ ਪਹਿਲੀ ਸਟੇਜ ਦਾ ਫਾਈਨਲ ਪ੍ਰੈਸ਼ਰ ਆ ਉਹ ਸੈਕੰਡ ਸਟੇਜ ਦਾ ਇਨੀਸ਼ੀਅਲ ਪ੍ਰੈਸ਼ਰ ਆ। ਹੁਣ ਇਨੀਸ਼ੀਅਲ ਪ੍ਰੈਸ਼ਰ ਕਿੰਨਾ, ਇਨੀਸ਼ੀਅਲ ਪ੍ਰੈਸ਼ਰ ਹੈਗਾ 5 ਗੁਣਾ 10 ਦੀ ਪਾਵਰ 5 ਡਾਈਨ ਪਰ ਸੈਂਟੀਮੀਟਰ ਸਕੁਅਰ। ਦਿਸ ਇਜ਼ ਇਨੀਸ਼ੀਅਲ ਪ੍ਰੈਸ਼ਰ। ਸੋ ਗਾਮਾ ਦੀ ਵੈਲਿਊ ਸਾਨੂੰ ਗਿਵਨ ਆ, ਗਾਮਾ ਤੇ ਪਤਾ ਹੀ ਆ ਸਾਨੂੰ, ਗਾਮਾ ਇਜ਼ ਇਕੁਅਲ ਟੂ 1.4। ਆਪਾਂ ਕੀ ਕਰਦੇ ਆ, ਹੁਣ ਇਹ ਉੱਪਰ ਜਦੋਂ ਲਿਖਤਾ ਕਿ ਐਡੀਆਬੈਟਿਕ ਪ੍ਰੋਸੈਸ ਆ, ਇਨੀਸ਼ੀਅਲ ਵੋਲੀਅਮ V1, ਇਨੀਸ਼ੀਅਲ ਪ੍ਰੈਸ਼ਰ P1,
ਤੇ ਹੋਰ ਸਾਨੂੰ ਕੀ ਗਿਵਨ ਆ ਫਾਈਨਲ ਵੋਲੀਅਮ ਉਹ ਕਹਿੰਦਾ ਗੈਸ ਦਾ ਰੀਡਬਲ ਹੋ ਗਿਆ, ਮਤਲਬ 2 ਤੋਂ ਕੀ ਹੋ ਗਿਆ 4 ਹੋ ਗਿਆ। ਤੇ ਫਾਈਨਲ ਪ੍ਰੈਸ਼ਰ ਅਸੀਂ ਕੈਲਕੂਲੇਟ ਕਰਨਾ, ਫਾਈਨਲ ਵੋਲੀਅਮ V2, ਫਾਈਨਲ ਪ੍ਰੈਸ਼ਰ P2 ਅਸੀਂ ਪਤਾ ਕਰਨਾ। ਹੁਣ ਐਡੀਆਬੈਟਿਕ ਗੈਸ ਇਕੁਏਸ਼ਨ ਕਿਹੜੀ ਆ? ਐਡੀਆਬੈਟਿਕ ਗੈਸ ਇਕੁਏਸ਼ਨ ਆ P1 V1 ਗਾਮਾ ਇਜ਼ ਇਕੁਅਲ ਟੂ P2 V2 ਗਾਮਾ। ਅਸੀਂ ਇਸੇ ਨੂੰ ਸਿੰਪਲੀਫਾਈ ਕਰਨਾ ਵਾ। ਚਾਹੀਦਾ ਕੀ ਆ P2 ਚਾਹੀਦਾ, P2 मतलब P1 ਉੱਪਰ ਕੀ ਆਏਗਾ V1 V2 ਗਾਮਾ। ਹੁਣ ਦੇਖੋ ਜਿਵੇਂ ਪਹਿਲੇ ਨਿਊਮੈਰੀਕਲ ਦੇ ਵਿੱਚ ਆਪਾਂ ਸਿੰਪਲੀਫਾਈ ਕੀਤਾ ਵਾ ਉਸੇ ਤਰੀਕੇ ਨਾਲ ਇੱਥੇ ਕਰਾਂਗੇ, ਕਿਉਂਕਿ ਜਦੋਂ ਅਸੀਂ ਇਹਦੇ ਵਿੱਚ ਵੈਲਿਊਜ਼ ਫਿਲ ਅਪ ਕਰਾਂਗੇ P1 ਦੀ ਵੈਲਿਊ ਸਾਡੇ ਕੋਲ ਕਿੰਨੀ ਆਈ ਆ 5 ਗੁਣਾ 10 ਦੀ ਪਾਵਰ 5। ਬੇਸ਼ੱਕ ਉਹ CGS ਯੂਨਿਟ ਦੇ ਵਿੱਚ ਆ ਤੇ ਬਾਕੀ ਸਾਡੀਆਂ ਬਾਕੀ ਵੈਲਿਊਜ਼ ਵੀ ਸਾਰੀਆਂ CGS ਦੇ ਵਿੱਚ ਹੀ ਆ, ਇਸ ਕਰਕੇ ਇਹਨੂੰ SI ਦੇ ਵਿੱਚ ਕਨਵਰਟ ਕਰਨ ਦੀ ਜ਼ਰੂਰਤ ਨਹੀਂ ਆ, ਕਰਨ ਨੂੰ ਕਰ ਵੀ ਸਕਦੇ ਜੋ। ਸੋ ਵੋਲੀਅਮ ਜਿਹੜਾ ਇਨੀਸ਼ੀਅਲ 2000 ਇਹ 4000, ਇਹਦਾ ਮਤਲਬ ਕਿ ਇਹ ਆਏਗਾ 1/2, ਉੱਪਰ 2000 ਹੋਏਗਾ ਨੀਚੇ 4000 ਹੋਏਗਾ ਤੇ ਕੱਟੇ ਜਾਣਗੇ ਤੇ 1/2 ਆਏਗਾ 1.4 ਗਾਮਾ ਦੀ ਵੈਲਿਊ। ਹੁਣ ਦੇਖੋ ਇਹਨੂੰ ਸੋਲਵ ਕਰਨ ਵਾਸਤੇ ਅਸੀਂ ਫੇਰ ਕੀ ਕਵਾਂਗੇ ਲੌਗ ਲਵਾਂਗੇ, ਲੌਗ P2। ਲੌਗ ਦੇ ਵਿੱਚ ਜਿਹੜੇ ਮਲਟੀਪਲਾਈ ਦੇ ਸਾਈਨ ਹੁੰਦੇ ਆ ਉਹ ਪਲੱਸ 'ਚ ਤਬਦੀਲ ਹੋ ਜਾਂਦੇ ਆ, ਲੌਗ 5 ਜਮਾ ਲੌਗ 10 ਦੀ ਪਾਵਰ 5 ਇਹ ਫਿਰ ਪਲੱਸ ਲੌਗ 1/2 ਜਿਵੇਂ ਅਸੀਂ ਦੇਖਿਆ ਪਾਵਰ ਜਿਹੜੀ ਆ ਉਹ ਅੱਗੇ ਲਿਖ ਲਈਦੀ ਆ 1.4, ਇੱਕ ਮੈਥਮੈਟੀਕਲ ਸਟੈਪ ਆ। ਹੁਣ ਦੇਖੋ ਟੇਬਲ ਦੇ ਉੱਪਰੋਂ ਅਸੀਂ ਸਾਰੀਆਂ ਵੈਲਿਊਜ਼ ਜਿਹੜੀਆਂ ਵਾ ਉਹ ਨੋਟ ਕਰਕੇ ਸਿੰਪਲੀਫਾਈ ਕਰ ਦਾਂਗੇ। ਜਦੋਂ ਅਸੀਂ ਟੇਬਲ ਤੋਂ ਸਾਰੀਆਂ ਵੈਲਿਊਜ਼ ਨੂੰ ਨੋਟ ਕਰ ਦਾਂਗੇ ਤੇ ਸਾਡੇ ਕੋਲੋਂ ਇਹ ਸਿੰਪਲੀਫਾਈ ਹੋ ਕੇ ਆਏਗਾ 5.2776 log P2। ਹੁਣ ਐਂਟੀ ਲੌਗ ਲਵਾਂਗੇ ਕਿਉਂਕਿ ਸਾਨੂੰ log P2 ਦੀ ਵੈਲਿਊ ਨਹੀਂ ਚਾਹੀਦੀ, ਸਾਨੂੰ ਵੈਲਿਊ ਚਾਹੀਦੀ ਆ ਇਕੱਲੇ P2 ਦੀ। ਤੇ P2 ਦੀ ਵੈਲਿਊ ਲੈਣ ਵਾਸਤੇ ਅਸੀਂ ਕੀ ਕਵਾਂਗੇ ਐਂਟੀ ਲੌਗ ਲਵਾਂਗੇ, ਐਂਟੀ ਲੌਗ ਟੇਕ ਐਂਟੀ ਲੌਗ ਬੋਥ ਸਾਈਡ। ਜਦੋਂ ਐਂਟੀ ਲੌਗ ਲਵਾਂਗੇ ਤੇ ਇੱਧਰ ਕੀ ਰਹਿ ਜਾਏਗਾ ਇਕੱਲਾ P2 ਰਹਿ ਜਾਏਗਾ ਤੇ ਇਸ ਰਕਮ ਦਾ ਅਸੀਂ ਐਂਟੀ ਲੌਗ ਲਵਾਂਗੇ ਤੇ ਸਾਡੇ ਕੋਲੋਂ ਵੈਲਿਊ ਆਏਗੀ 1.895 ਗੁਣਾ 10 ਦੀ ਪਾਵਰ 5 ਡਾਈਨ ਪਰ ਸੈਂਟੀਮੀਟਰ ਸਕੁਅਰ। ਇਹ ਸਾਡਾ ਫਾਈਨਲ ਜਿਹੜਾ ਵਾ ਆਨਸਰ ਆ। ਦੇਖੋ ਇਹਦੇ ਵਿੱਚ ਦੋਨੋਂ ਹੀ ਜਿਹੜੀਆਂ ਟਾਈਪਸ ਆਈਸੋਥਰਮਲ ਤੇ ਐਡੀਆਬੈਟਿਕ ਨੂੰ ਕੰਸੀਡਰ ਕੀਤਾ ਗਿਆ ਵਾ ਤੇ ਬੜੀ ਖੂਬਸੂਰਤੀ ਦੇ ਨਾਲ ਇਹਦੇ ਵਿੱਚ ਸੋਲਵ ਕੀਤਾ ਗਿਆ ਵਾ। ਕਨਸੈਪਟ ਨੂੰ ਜਿਹੜਾ ਵਾ ਉਹ ਸਮਝਿਆ ਗਿਆ ਵਾ ਤੇ ਕਨਸੈਪਟ ਦੀ ਇੱਕ ਪਰਖ ਕੀਤੀ ਗਈ ਆ। ਸੋ ਸਾਡੇ ਇਹ ਕੀ ਆ 2 ਐਪਲੀਕੇਸ਼ਨਸ ਆ ਜਿਹੜੀਆਂ ਅਸੀਂ ਇਹਨਾਂ ਪ੍ਰੋਸੈਸ ਦੇ ਵਿੱਚ ਕੀਤੀਆਂ। ਇਸ ਤਰੀਕੇ ਨਾਲ ਸਾਡੇ ਕੋਲੋਂ ਹੋਰ ਵੀ ਬਹੁਤ ਸਾਰੀਆਂ ਐਪਲੀਕੇਸ਼ਨਸ ਆ, ਬਹੁਤ ਸਾਰੇ ਨਿਊਮੈਰੀਕਲ ਆ ਜਿਹੜੇ ਤੁਸੀਂ ਇੱਕ ਹੋਮ ਅਸਾਈਨਮੈਂਟ ਦੇ ਤੌਰ ਤੇ ਕਰਨੇ ਆ। ਸੋ ਇਸ ਤੋਂ ਬਾਅਦ ਵਿੱਚ ਮਿਲਦੇ ਆ ਨੈਕਸਟ ਕਲਾਸ ਦੇ ਵਿੱਚ। ਧੰਨਵਾਦ।